बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहानूं एक इंतहाई अफसोसनाक वाक़या ਜਿਹੜਾ ਲਾਹੌਰ ਦੇ ਇਲਾਕੇ ਕਾਨਾ ਦੇ ਵਿੱਚ ਪੇਸ਼ ਆਇਆ ਕਿ ਇੱਕ ਸ਼ਾਦੀ ਹਾਲ ਦੇ ਵਿੱਚ ਇੱਕ ਮਜਬੂਰ ਲੜਕੀ ਜਿਹੜੀ ਬਤੌਰ ਵੇਟਰ ਕੰਮ ਕਰ ਰਹੀ ਆ ਤੇ ਉਹਦੇ ਨਾਲ ਵਲੀਮੇ ਦੇ ਫੰਕਸ਼ਨ ਵਾਲੇ ਦਿਨ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਤੇ ਅੱਗੋਂ ਫਿਰ ਉਸ ਲੜਕੀ ਨੇ ਉਸ ਆਦਮੀ ਦੇ ਨਾਲ ਕੀ ਸਲੂਕ ਕੀਤਾ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ 22 ਜੂਨ ਦਾ ਆ। ਲਾਹੌਰ ਦਾ ਇਲਾਕਾ ਕਾਨਾ ਆ, ਉੱਥੇ ਇੱਕ ਸ਼ਾਦੀ ਹਾਲ ਆ। ਉਸ ਸ਼ਾਦੀ ਹਾਲ ਦੇ ਵਿੱਚ ਇੱਕ ਲੜਕੀ ਕੰਮ ਕਰਦੀ ਆ। ਲੜਕੀ ਕੋਈ ਵੀ ਕਿਸੇ ਜਗ੍ਹਾ ਤੇ ਕੋਈ ਕੰਮ ਕਰਦੀ ਆ ਤਾਂ ਉਹ ਮਜਬੂਰੀ ਦੇ ਤਹਿਤ ਆਪਣੇ ਘਰੋਂ ਨਿਕਲਦੀ ਆ। ਤੇ ਹੁਣ ਇਹਦੀ ਤਫਸੀਲ ਇਸ ਤਰ੍ਹਾਂ ਕਿ ਇਸ ਇਲਾਕੇ ਦੇ ਵਿੱਚ ਇੱਕ ਸਲੀਮ ਨਾਮੀ ਆਦਮੀ ਰਹਿੰਦਾ, ਉਹਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਆ ਤੇ ਉਹਦੇ ਗੁਰਦੇ ਜਿਹੜੇ ਆ ਬਿਲਕੁਲ ਕੰਮ ਕਰਨਾ ਛੱਡ ਦਿੰਦੇ ਨੇ। ਬਹੁਤ ਪਰੇਸ਼ਾਨ ਹੋ ਜਾਂਦੇ ਨੇ ਇਹਦੇ ਘਰ ਦੇ ਕਿ ਜਿਹੜਾ ਖਰਚਾ ਨਹੀਂ ਚੱਲਦਾ ਹੈਗਾ ਉਹ ਕਿੱਥੋਂ ਪੂਰਾ ਕਰਨਾ। ਫਿਰ ਜ਼ਾਹਰ ਆ ਜਦੋਂ ਇੱਕ ਬਿਮਾਰ ਹੋ ਜਾਂਦਾ ਬੰਦਾ, ਕੋਈ ਰਿਸ਼ਤੇਦਾਰ, ਤਾਏ, ਚਾਚੇ, ਮਾਮੇ ਕੋਈ ਨਾ ਕੋਈ ਉਹਨਾਂ ਦੀ ਮਦਦ ਕਰਦਾ ਰਹਿੰਦਾ, ਹੈਲਪ ਕਰਦਾ ਰਹਿੰਦਾ। ਤੇ ਇਸੇ ਤਰ੍ਹਾਂ ਇਹਨਾਂ ਦੀ ਵੀ ਫਿਰ ਜਿਸ ਵੇਲੇ ਸਾਰੇ ਲੋਕ ਮਦਦ ਕਰਦੇ ਸੀ, ਕੁਝ ਪੈਸੇ ਦਿੰਦੇ ਸੀ। ਸਲੀਮ ਦੀ ਜਿਹੜੀ ਲੜਕੀ ਸੀ ਰਿਮਸ਼ਾ, ਉਹਦੀ ਉਮਰ 25 ਸਾਲ ਸੀ ਤੇ ਉਹ ਰਿਮਸ਼ਾ ਜਿਹੜੀ ਸੀ ਬੜੀ ਸ਼ਰਮਿੰਦਗੀ ਮਹਿਸੂਸ ਕਰਦੀ ਸੀ ਕਿ ਸਾਨੂੰ ਲੋਕ ਪੈਸੇ ਦਿੰਦੇ ਨੇ ਤੇ ਲੇਕਿਨ ਮਜਬੂਰੀ ਦੇ ਤਹਿਤ ਫੜਨੇ ਵੀ ਪੈਂਦੇ ਸੀ ਕਿਉਂਕਿ ਸਲੀਮ ਜਿਹੜਾ ਸੀ ਸ਼ੂਗਰ ਦਾ ਮਰੀਜ਼ ਸੀ, ਗੁਰਦੇ ਉਹਦੇ ਖਤਮ ਹੋ ਗਏ ਸੀ, ਉਹਦਾ ਇਲਾਜ ਚੱਲ ਰਿਹਾ ਸੀ। ਰਿਮਸ਼ਾ ਨੇ ਕਿਹਾ ਕਿ ਕਿੰਨੀ ਕੁ ਦੇਰ ਅਸੀਂ ਕਿਸੇ ਦੇ ਮੁਹਤਾਜ ਰਵਾਂਗੇ, ਮੈਂ ਖੁਦ ਆਪਣੇ ਪੈਰਾਂ ਤੇ ਖੜਨੇ ਦੀ ਕੋਸ਼ਿਸ਼ ਕਰਦੀ ਆ। ਉਹ ਹਰ ਜਗ੍ਹਾ ਤੇ ਜਾਂਦੀ ਹੈ, ਜਾ ਕੇ ਇੰਟਰਵਿਊ ਦਿੰਦੀ ਹੈ, ਜੌਬ ਤਲਾਸ਼ ਕਰਦੀ ਹੈ, ਨੌਕਰੀ ਵਾਸਤੇ ਜਗ੍ਹਾ ਜਗ੍ਹਾ ਜਾਂਦੀ, ਧੱਕੇ ਖਾਂਦੀ ਆ, ਅਪਲਾਈ ਕਰਦੀ ਆ। ਇੱਕ ਦਿਨ ਅੱਲਾਹ ਤਾਲਾ ਦੀ ਐਸੀ ਕਰਨੀ ਹੋਈ ਕਿ ਇੱਕ ਸ਼ਾਦੀ ਹਾਲ ਦੇ ਵਿੱਚੋਂ ਇਹਨੂੰ ਕਾਲ ਆ ਜਾਂਦੀ ਆ ਕਿ ਮੈਡਮ ਤੁਸੀਂ ਇੰਟਰਵਿਊ ਦੇ ਕੇ ਗਈਆਂ ਸੀ, ਤੁਸੀਂ ਆਓ ਤੇ ਆ ਕੇ ਆਪਣੀ ਜੌਬ ਜਿਹੜੀ ਹੈ ਸ਼ੁਰੂ ਕਰੋ, ਅਸੀਂ ਤੁਹਾਨੂੰ ਨੌਕਰੀ ਦਿੰਦੇ ਆ। ਉਸ ਸ਼ਾਦੀ ਹਾਲ ਦੇ ਵਿੱਚ ਰਿਮਸ਼ਾ ਜਿਹੜੀ 25 ਸਾਲ ਦੀ ਉਮਰ ਦੀ ਹੈ, ਇਹਨੂੰ ਬਤੌਰ ਵੇਟਰ ਰੱਖ ਲਿੱਤਾ ਜਾਂਦਾ। ਰਿਮਸ਼ਾ ਜਿਹੜੀ ਬਤੌਰ ਵੇਟਰ ਕੰਮ ਕਰਦੀ ਆ। ਹੁਣ ਇਹ 22 ਜੂਨ ਦਾ ਵਾਕਿਆ ਹੈ ਕਿ ਇੱਕ ਵਲੀਮੇ ਦਾ ਫੰਕਸ਼ਨ ਰਾਤ ਨੂੰ 8 ਵਜੇ ਆਂਦਾ। ਹੁਣ ਮੈਨੇਜਰ ਨੇ ਸਾਰਿਆਂ ਨੂੰ ਬੁਲਾ ਲਿਆ ਇਸ ਫੰਕਸ਼ਨ ਦੀ ਤਿਆਰੀ ਵਾਸਤੇ। ਬੁਲਾ ਕੇ ਮੈਨੇਜਰ ਨੇ ਮੈਨੇਜ ਕੀਤਾ ਕਿ ਬਰਾਤ ਜਿਸ ਵੇਲੇ ਆਵੇ ਤੇ ਸਾਰੇ ਜਿਹੜੇ ਵੇਟਰ ਨੇ ਉਹ ਟੇਬਲ ਤੇ ਖਾਣਾ ਲਾਣਗੇ। ਰਿਮਸ਼ਾ ਜਿਹੜੀ ਆ ਖਾਣਾ ਨਹੀਂ ਲਾਏਗੀ ਕਿਉਂਕਿ ਅਗਰ ਰਿਮਸ਼ਾ ਬਤੌਰ ਵੇਟਰ ਟੇਬਲ ਤੇ ਖਾਣਾ ਲਾਏਗੀ ਤੇ ਫਿਰ ਜਿਹੜੇ ਵੇਟਰ ਨੇ ਵਿੱਚੋਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ, 5 ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਕੁਛ ਗਲਤ ਕਿਸਮ ਦੇ ਬੰਦੇ ਵੀ ਹੁੰਦੇ ਨੇ। ਉਹ ਬਾਰ-ਬਾਰ ਫਿਰ ਇਹਨੂੰ ਤੰਗ ਕਰਨਗੇ, ਮੈਡਮ ਆਹ ਚੀਜ਼ ਲਿਆ ਦੇ, ਮੈਡਮ ਆਹ ਚੀਜ਼ ਲਿਆ ਦੇ, ਇਹਨੂੰ ਬਹਾਨੇ ਦੇ ਨਾਲ ਆਪਣੇ ਟੇਬਲ ਤੇ ਬੁਲਾਈ ਜਾਣਗੇ। ਇਸ ਵਾਸਤੇ ਰਿਮਸ਼ਾ ਜਿਹੜੀ ਆ ਉਹ ਸਿਰਫ ਹੈਂਡਲ ਕਰੇਗੀ, ਜਾ ਕੇ ਮੈਨੇਜ ਕਰੇਗੀ, ਟੇਬਲ ਤੇ ਆਲੇ ਦੁਆਲੇ ਫਿਰੇਗੀ, ਵੇਟਰ ਨੂੰ ਦੱਸੇਗੀ ਕਿ ਫਲਾਂ ਟੇਬਲ ਤੇ ਫਲਾਂ ਚੀਜ਼ ਰੱਖੋ, ਪਾਣੀ ਰੱਖੋ ਜਾਂ ਕੋਈ ਚੀਜ਼ ਖਾਣਾ ਪਹੁੰਚਾਵੋ। ਰਿਮਸ਼ਾ ਟੇਬਲ ਤੇ ਖਾਣਾ ਨਹੀਂ ਲਗਾਏਗੀ। ਇਸੇ ਤਰ੍ਹਾਂ ਹੋ ਗਿਆ ਕਿ 22 ਜੂਨ ਜਿਸ ਵੇਲੇ ਆਈ, ਰਾਤ ਨੂੰ 8 ਵਜੇ ਦਾ ਫੰਕਸ਼ਨ ਹੋਇਆ ਤੇ ਬਰਾਤ ਦੇ ਆਉਣ ਦਾ ਟਾਈਮ ਹੋ ਗਿਆ ਤੇ ਆਸਤਾ ਆਸਤਾ ਜਿਹੜੇ ਬੰਦੇ ਨੇ ਨਾ ਉਹ ਆ ਰਹੇ ਨੇ। ਹੁਣ ਜਿਹੜਾ ਦੇਗਾ ਪਕਾ ਕੇ ਲਿਆਂਦਾ ਬੰਦਾ, ਉਹਦਾ ਨਾਮ ਹੁੰਦਾ ਅੱਲਾ ਵਸਾਇਆ। ਅੱਲਾ ਵਸਾਇਆ ਜਿਸ ਵੇਲੇ ਦੇਗਾ ਪਕਾ ਕੇ ਲਿਆਂਦਾ ਤੇ ਉਹ ਰਿਮਸ਼ਾ ਨੂੰ ਵੇਖਦਾ ਤੇ ਉਹਦਾ ਦਿਲ ਜਿਹੜਾ ਨਾ ਗਲਤ ਪਾਸੇ ਚਲੇ ਜਾਂਦਾ, ਦਿਮਾਗ ਨੂੰ ਉਹ ਗਲਤ ਤਰੀਕੇ ਨਾਲ ਘੁਮਾਉਂਦਾ। ਦੇਖਦਾ ਕਿ ਰਿਮਸ਼ਾ ਨੇ ਪੈਂਟ ਕੋਟ ਪਾਇਆ ਹੁੰਦਾ, ਫਿਊਮ ਲਗਾਇਆ, ਵਾਲ ਖੁੱਲੇ ਛੱਡੇ ਨੇ ਔਰ ਚਿਹਰੇ ਤੇ ਮਾਸਕ ਲਾਏ ਆ, ਬੜੀ ਖੂਬਸੂਰਤ ਲੱਗਦੀ ਆ। ਅੱਲਾ ਵਸਾਇਆ ਜੋ ਹੀ ਦੇਗਾ ਲੈ ਕੇ ਆਂਦਾ, ਆ ਕੇ ਉੱਥੇ ਜਿਹੜੇ ਵੇਟਰ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਕਿ ਯਾਰ ਇਹ ਕੀ ਤੁਸੀਂ ਆਂਟੀਆਂ ਟਾਈਪ ਦੀਆਂ ਲੜਕੀਆਂ ਭਰਤੀ ਕਰ ਲਈਆਂ ਤੇ ਆਪਣੇ ਮਾਲਕਾਂ ਨੂੰ ਕਹੋ ਕਿ ਅਗਰ ਕੋਈ
ਲੜਕੀਆਂ ਭਰਤੀਆਂ ਕਰੋਗੇ ਤਾਂ ਜ਼ਿਆਦਾ ਤੁਹਾਡਾ ਹੋਟਲ ਚੱਲੇਗਾ। ਤੁਸੀਂ ਆਂਟੀਆਂ ਕਿਸਮ ਦੀਆਂ ਬੜੀ ਉਮਰ ਦੀਆਂ ਲੜਕੀਆਂ ਕਿਉਂ ਭਰਤੀ ਕਰਦੇ ਹੋ? ਉਹਨੇ ਤਾਂ ਤੰਤਰੀ ਅੰਦਾਜ਼ ਦੇ ਵਿੱਚ ਕਿਹਾ ਨਾ, ਕਿਉਂਕਿ ਉਹਨੇ ਮਾਸਕ ਲਾਇਆ ਸੀ, ਉਹਨੇ ਉਹਨੂੰ ਸ਼ਕਲ ਨਹੀਂ ਸੀ ਦਿਖਾਈ, ਉਹ ਉਹਦੀ ਸ਼ਕਲ ਦੇਖਣਾ ਚਾਹੁੰਦਾ ਸੀ, ਉਹਨੂੰ ਤੰਤਰੀ ਅੰਦਾਜ਼ ਦੇ ਵਿੱਚ ਕਿਹਾ। ਉਸ ਲੜਕੀ ਨੇ ਅੱਗੋਂ ਬੜਾ ਮਹਿਸੂਸ ਕੀਤਾ, ਉਹਨੇ ਅੱਗੋਂ ਉਹਨੂੰ ਸ਼ਟ ਅਪ ਕਾਲ ਦਿੱਤੀ। ਉਹਨੇ ਕਿਹਾ ਖਬਰਦਾਰ, ਤੇਰਾ ਮੇਰੇ ਨਾਲ ਕੋਈ ਤਲਕ ਨਹੀਂ, ਨਾ ਤੂੰ ਕੋਈ ਗੱਲ ਇਸ ਤਰ੍ਹਾਂ ਦੀ ਕਰਨੀ ਹੈ। ਖੈਰ ਉਹ ਜਿਹੜਾ ਅੱਲਾ ਵਸਾਇਆ ਸੀ ਦੇਗਾ ਪਕਾਣੇ ਵਾਲਾ, ਉਹਨੇ ਸ਼ਲਵਾਰ ਟੰਗੀ ਹੋਈ ਤੇ ਇੱਕ ਬਾਬੇ ਕਿਸਮ ਦਾ ਆਦਮੀ ਸੀ, ਯਾਨੀ 40-45 ਸਾਲ ਦੀ ਉਮਰ ਦਾ ਤੁਸੀਂ ਲਾ ਲਓ, ਤੇ ਉਹਨੇ ਨਾ ਉਹਨੂੰ ਤੰਤਰੀ ਅੰਦਾਜ਼ ਦੇ ਵਿੱਚ ਗੱਲਾਂ ਕਰੀ ਗਿਆ। ਤੇ ਉਹ ਲੜਕੀ ਨਿਕਲਦੀ ਆ ਉੱਥੋਂ ਜਾ ਕੇ ਮੈਨੇਜਰ ਨੂੰ ਕਹਿੰਦੀ ਆ ਕਿ ਇਸ ਤਰ੍ਹਾਂ ਉਸ ਅੱਲਾ ਵਸਾਏ ਨੇ ਮੈਨੂੰ ਗੱਲਾਂ ਕੀਤੀਆਂ ਤੇ ਹਟਦਾ ਨਹੀਂ ਹੈਗਾ, ਮੈਨੂੰ ਮਜ਼ਾਕ ਕਰੀ ਜਾ ਰਿਹਾ ਤੰਜ਼ੇ ਅੰਦਾਜ਼ ਦੇ ਵਿੱਚ। ਉਸ ਬਾਬੇ ਦਾ ਜ਼ਿਹਨ ਇਹ ਸੀ ਕਿ ਇਹ ਲੜਕੀ ਸ਼ਾਇਦ ਮੇਰੇ ਨਾਲ ਫਰੀ ਹੋ ਜਾਏ, ਗੱਲਾਂ ਬਾਤਾਂ ਕਰ ਲੱਗ ਪਏ। ਮੈਨੇਜਰ ਨੇ ਉਸ ਅੱਲਾ ਵਸਾਏ ਨੂੰ ਬੁਲਵਾ ਕੇ ਤੇ ਉਹਦੀ ਚੰਗੀ ਲਾਫਾ ਕੀਤੀ ਤੇ ਉਹਨੂੰ ਮੰਡਿਆ ਜ਼ਰਾ। ਲੇਕਿਨ ਉਹ ਬਾਬਾ ਜਿਹੜਾ ਸੀ ਅੱਲਾ ਵਸਾਇਆ ਦੇਗਾ ਪਕਾਣੇ ਵਾਲਾ, ਉਹ ਮੰਨਦਾ ਨਹੀਂ ਸੀ। ਉਹ ਕਹਿੰਦਾ ਕਿ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਕੀਤੀ। ਉਹ ਮੈਨੇਜਰ ਕਹਿੰਦਾ ਕਿ ਤੂੰ ਮੈਨੂੰ ਬੇਵਕੂਫ ਬਣਾ ਰਿਹਾ, ਮੈਂ ਮੈਨੇਜਰ ਹਾਂ, ਮੈਂ ਇੱਥੇ ਇੱਕ ਸ਼ਾਦੀ ਹਾਲ ਚਲਾ ਰਿਹਾ, ਬੰਦਿਆਂ ਨੂੰ ਕੰਟਰੋਲ ਕਰਨਾ, ਤੇ ਤੂੰ ਮੈਨੂੰ ਬੇਵਕੂਫ ਨਾ ਬਣਾ। ਫਿਰ ਉਹਨੇ ਨਾ ਚੰਗਾ ਮੰਡਿਆ। ਅੱਲਾ ਵਸਾਇਆ ਬਾਹਰ ਆ ਕੇ ਤੇ ਫਿਰ ਉਸ ਲੜਕੀ ਨੂੰ ਕਹਿੰਦਾ ਕਿ ਤੇਰੀ ਕਿੱਦਾਂ ਜ਼ਰੂਰਤ ਹੋਈ ਕਿ ਤੂੰ ਮੈਨੇਜਰ ਨੂੰ ਜਾ ਕੇ ਮੇਰੀ ਸ਼ਿਕਾਇਤ ਲਾਈ? ਜਮਾ 8 ਦਿਨ ਹੋਏ ਆ ਤੈਨੂੰ ਆਈ ਨੂੰ, ਤੇ ਸਾਨੂੰ ਹੋ ਗਏ ਇੰਨੇ ਸਾਲ ਇੱਥੇ ਕੰਮ ਕਰਦੇ ਆ, ਤੇ ਅਸੀਂ ਦੇਗਾ ਪਕਾ ਕੇ ਲੈ ਕੇ ਆਂਦੇ ਆ, ਤੇ ਤੂੰ ਮੈਨੇਜਰ ਨੂੰ ਮੇਰੀ ਸ਼ਿਕਾਇਤ ਲਾਈ ਆ। ਤੇ ਇਸ ਤਰ੍ਹਾਂ ਤੂੰ ਮੈਂ ਹੋ ਜਾਂਦੀ ਆ ਦੋਨਾਂ ਦੀ। ਤੇ ਉਹ ਲੜਕੀ ਵੀ ਅੱਗੋਂ ਫਿਰ ਬੋਲਣ ਲੱਗ ਪੈਂਦੀ ਆ। ਇਹ ਜਿਹੜਾ ਇੰਨਾ ਗੁੱਸੇ 'ਚ ਆ ਜਾਂਦਾ ਅੱਲਾ ਵਸਾਇਆ, ਉਸ ਲੜਕੀ ਨੂੰ ਵਾਲਾਂ ਤੋਂ ਫੜਦਾ ਤੇ ਉਹਨੂੰ ਮਾਰਨਾ ਸ਼ੁਰੂ ਕਰ ਦਿੰਦਾ। ਉਹਨੂੰ ਇੰਨਾ ਕੁ ਮਾਰਦਾ ਕਿ ਸਾਰੇ ਜਿੰਨੇ ਵੀ ਵੇਟਰ ਨੇ, ਸਾਰੇ ਮੈਨੇਜਰ ਵੀ ਦੌੜ ਕੇ ਆਉਂਦੇ ਨੇ ਆ ਕੇ, ਤੇ ਅੱਲਾ ਵਸਾਏ ਕੋਲੋਂ ਛੁਡਾਇਆ ਉਸ ਲੜਕੀ ਨੂੰ। ਛੁਡਾ ਕੇ ਤੇ ਉਸ ਲੜਕੀ ਨੂੰ ਫਸਟ ਏਡ ਵਾਸਤੇ ਹਸਪਤਾਲ ਪਹੁੰਚਾਇਆ। ਤੇ ਉਸ ਲੜਕੀ ਨੇ ਫਿਰ 15 ਤੇ ਕਾਲ ਕੀਤੀ ਤੇ ਪੁਲਿਸ ਜਿਹੜੀ ਆ ਕਾਨੇ ਦੀ ਉੱਥੇ ਪਹੁੰਚ ਜਾਂਦੀ ਆ, ਲੜਕੀ ਦਾ ਬਿਆਨ ਲੈਂਦੀ ਆ, ਤੇ ਪੁਲਿਸ ਜਿਹੜੀ ਆ ਫਿਰ ਚਲੇ ਜਾਂਦੀ ਆ। ਲੜਕੀ ਹਸਪਤਾਲ ਦੇ ਵਿੱਚੋਂ ਜਿਸ ਵੇਲੇ ਫਾਰਗ ਹੁੰਦੀ, ਹਸਪਤਾਲ ਵਾਲੇ ਕਹਿੰਦੇ ਲਓ ਜੀ ਹੁਣ ਤੁਸੀਂ ਜਾ ਸਕਦੇ ਹੋ। ਰਿਮਸ਼ਾ ਸਿੱਧੀ ਜਿਹੜੀ ਆ ਉਹ ਪੁਲਿਸ ਸਟੇਸ਼ਨ ਜਾਂਦੀ ਆ, ਜਾ ਕੇ ਤੇ ਮੁਕੱਦਮਾ ਦਰਜ ਕਰਾਂਦੀ ਆ ਉਸ ਅੱਲਾ ਵਸਾਏ ਦੇ ਖਿਲਾਫ। ਪੁਲਿਸ ਜਿਹੜੀ ਆ ਉਹਨੂੰ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲੈਂਦੀ ਹੈ। ਗ੍ਰਿਫਤਾਰ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਲੈ ਜਾਂਦੀ ਆ। ਔਰ ਉਸ ਲੜਕੀ ਰਿਮਸ਼ਾ ਨੇ ਫਿਰ ਉਹ ਜਿਹੜਾ ਫੰਕਸ਼ਨ ਸੀ ਉਹ ਵੀ ਅਟੈਂਡ ਕੀਤਾ, ਤੇ ਉੱਥੇ ਨੌਕਰੀ ਵੀ ਕਰ ਰਹੀ ਆ, ਤੇ ਉਸ ਬੰਦੇ ਨੂੰ ਅੱਲਾ ਵਸਾਏ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਤਾ। ਹੁਣ ਇਸ ਅੱਲਾ ਵਸਾਏ ਨੂੰ ਚਾਹੀਦਾ ਸੀ ਕਿ ਇਹ ਲੜਕੀ ਜਿਹੜੀ ਆ ਬੜੀ ਮਜਬੂਰੀ ਦੇ ਤਹਿਤ ਨੌਕਰੀ ਕਰਨ ਆਈ ਆ, ਉਹ ਹਯਾ ਚਾਹੀਦਾ, ਕੋ ਖਿਆਲ ਚਾਹੀਦਾ। ਉਹਨੂੰ ਇਸ ਵਾਸਤੇ ਜ਼ਿਆਦਾ ਗੁੱਸਾ ਆਇਆ ਕਿ ਜਦੋਂ ਇਸ ਰਿਮਸ਼ਾ ਨੇ ਕਿਹਾ ਕਿ ਤੇਰੇ ਘਰ ਧੀਆਂ ਭੈਣਾਂ ਨਹੀਂ ਹੈਗੀਆਂ, ਤੇਰੇ ਘਰ ਮਾਵਾਂ ਭੈਣਾਂ ਨਹੀਂ ਹੈਗੀਆਂ, ਤੇ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ, ਜਿਹਦੀ ਵਜ੍ਹਾ ਨਾਲ ਫਿਰ ਇਹਨਾਂ ਦੀ ਲੜਾਈ ਵੱਧ ਗਈ। ਤੇ ਇਸ ਤਰ੍ਹਾਂ ਅੱਲਾ ਵਸਾਏ ਨੂੰ ਉਸ ਰਿਮਸ਼ਾ ਨੇ ਜੇਲ੍ਹ ਤੱਕ ਪਹੁੰਚਾਤਾ ਤੇ ਆਪ ਨੌਕਰੀ ਉੱਥੇ ਕਰਦੀ ਰਹੀ। ਅੱਲਾਹ ਤਾਲਾ ਨੇ ਉਹਦੀ ਗੈਬੀ ਮਦਦ ਕੀਤੀ। ਤੇ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਹੜੀਆਂ ਮਜਬੂਰ ਲੜਕੀਆਂ ਤੋਂ ਫਾਇਦਾ ਉਠਾਉਣਾ ਚਾਹੁੰਦੇ ਨੇ ਕਿ ਇਹ ਅਗਰ ਸੈੱਟ ਹੋ ਗਈ ਠੀਕ ਆ, ਨਾ ਹੋਈ ਤੇ ਨਾ ਹੋਈ। ਤੇ ਇਹ ਬਹੁਤ ਗਲਤ ਕੰਮ ਕੀਤਾ। ਅੱਲਾਹ ਵਸਾਏ ਨੇ ਉਹਨੂੰ ਮਾਰਿਆ ਤੇ ਅੱਲਾਹ ਤਾਲਾ ਨੇ ਫਿਰ ਉਹਦੀ ਸੁਣ ਵੀ ਲਈ। ਅੱਲਾਹ ਵਸਾਇਆ ਜੇਲ੍ਹ ਦੇ ਵਿੱਚ। ਤੇ ਅੱਲਾਹ ਤਾਲਾ ਇਹੋ ਜਿਹੇ ਲੋਕਾਂ ਨੂੰ ਹਦਾਇਤ ਦੇਵੇ। ਅੱਲਾਹ ਤਾਲਾ सब ते रहमत फरमाए। अल्लाह ताला सब अपने हिफ्ज़ व मान च रखे। अस्सलाम वालेकुम व रहमतुल्लाहि व बरकातहू।